ਕਹਿੰਦੇ ਭਾਈ ਅੰਦਰ ਵੀ ਹੈ, ਸੋ ਅੰਤਰ ਸੋ ਬਾਹਰ ਆਨੰਦ। ਆਨੰਦ ਦਾ ਅਰਥ ਹੈ ਅਕਾਲ ਪੁਰਖ, ਜਿਸ ਦਾ ਕੋਈ ਅੰਤ ਨਹੀਂ ਜਾਣ ਸਕਦਾ। ਉਹ ਆਨੰਦ ਪ੍ਰਭੂ ਸਾਡੇ ਅੰਦਰ ਵੀ ਹੈ ਤੇ ਬਾਹਰ ਵੀ ਉਹੀ ਹੈ। ਕੋਈ ਇਹ ਵੀ ਨਾ ਸਮਝ ਲਵੇ ਬਈ ਕੇਵਲ ਅੰਦਰ ਹੀ ਹੈ, ਬਾਹਰ ਨਹੀਂ। ਸਤਿਗੁਰੂ ਕਹਿੰਦੇ ਨੇ ਅੰਦਰ ਵੀ ਉਹੀ ਹੈ ਤੇ ਬਾਹਰ ਵੀ ਉਹੀ ਵਸ ਰਿਹਾ ਹੈ। ਘਟ ਘਟ ਵਿਆਪ ਰਹਿਆ ਭਗਵੰਤ। ਤੇ ਫਿਰ ਭਗਵੰਤ ਵੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਉਹ ਘਟਾਂ ਘਟਾਂ ਦੇ ਵਿੱਚ ਵਿਆਪ ਰਿਹਾ ਹੈ। ਭਾਵ ਹਰ ਜੀਵ ਤੇ ਹਰ ਸਰੀਰ ਦੇ ਵਿੱਚ ਵਸ ਰਿਹਾ ਹੈ। ਇੱਕ ਪਾਸੇ ਕੀੜੀ ਹੈ, ਦੂਸਰੇ ਪਾਸੇ ਹਾਥੀ ਹੈ, ਤੇ ਸਾਰਿਆਂ ਦੇ ਵਿੱਚ ਹੀ ਉਹ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ। ਧਰਨ ਮਾਹੇ ਆਕਾਸ਼ ਪੈ ਆਲ। ਲੋ ਸਾਰੀ ਧਰਤੀ ਵਿੱਚ ਵੀ ਉਹੀ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ ਤੇ ਆਕਾਸ਼ਾਂ ਦੇ ਵਿੱਚ ਵੀ ਉਹੀ ਵਸ ਰਿਹਾ ਹੈ, ਤੇ ਜਿੰਨੇ ਪਾਤਾਲ ਨੇ, ਹੇਠਲੇ ਲੋਕ ਨੇ, ਉਹਨਾਂ ਦੇ ਵਿੱਚ ਵੀ ਉਹੀ ਵਾਹਿਗੁਰੂ ਵਸ ਰਿਹਾ ਹੈ। ਸਰਬ ਲੋਕ ਪੂਰਨ ਪ੍ਰਤਪਾਲ। ਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਸਾਰੇ ਲੋਕਾਂ ਨੂੰ ਪਾਲਣ ਵਾਲਾ ਵੀ ਹੈ ਤੇ ਸਾਰੇ ਲੋਕਾਂ ਦੇ ਵਿੱਚ ਪਰਿਪੂਰਨ ਵੀ ਹੋ ਰਿਹਾ ਹੈ। ਲੋਕ ਤੋਂ ਮੁਰਾਦ ਮਨੁੱਖੀ ਸਰੀਰ ਦੀ ਵੀ ਹੈ, ਤੇ ਲੋਕ ਤੋਂ ਮੁਰਾਦ ਜਿਵੇਂ 14 ਲੋਕ ਨੇ, ਇੱਕ ਤਬਕ ਦੀ ਵੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਸਾਰੇ ਲੋਕਾਂ ਵਿੱਚ, ਸਾਰੇ ਤਬਕਾਂ ਵਿੱਚ ਪੂਰਨ ਵੀ ਹੈ ਤੇ ਸਾਰਿਆਂ ਦੀ ਪਾਲਣਾ ਵੀ ਕਰਦਾ ਹੈ। ਬਨ ਤਿਨ ਪਰਬਤ ਹੈ ਪਾਰ ਬ੍ਰਹਮ। ਲੋ ਸਤਿਗੁਰੂ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਬਨ ਦਾ ਅਰਥ ਹੈ ਜੰਗਲਾਂ ਦੇ ਵਿੱਚ ਵੀ ਹੈ, ਤੇ ਤਿੰਨ ਦਾ ਅਰਥ ਹੈ ਵੀ ਜਿਹੜੇ ਕੱਖ ਨੇ, ਕੱਖਾਂ ਦੇ ਵਿੱਚ ਵੀ ਉਹ ਵਸ ਰਿਹਾ ਹੈ, ਤੇ ਪਰਬਤ ਪਹਾੜ ਨੇ, ਉਹਨਾਂ ਦੇ ਵਿੱਚ ਵੀ ਉਹ ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਹੈ। ਜੈਸੀ ਆਗਿਆ ਤੈਸਾ ਕਰਮ। ਲੋ ਜਿਹੋ ਜੀ ਵਾਹਿਗੁਰੂ ਪਰਮੇਸ਼ਰ ਦੀ ਆਗਿਆ ਹੁੰਦੀ ਹੈ ਤੇ ਉਹੋ ਜਿਹਾ ਹੀ ਇਹ ਜੀਵ ਕਰਮ ਕਰ ਰਿਹਾ ਹੈ। ਪੌਣ ਪਾਣੀ ਬੈ ਸੰਤਰ ਮਾਹੇ। ਲੋ ਹਜ਼ੂਰ ਕਹਿੰਦੇ ਨੇ ਆ ਜਿਹੜੇ ਤੱਤ ਨੇ, ਪੌਣ ਹਵਾ ਨੂੰ ਕਹਿੰਦੇ ਨੇ, ਪਾਣੀ ਜਲ ਨੂੰ, ਬੈਸੰਤਰ ਅਗਨੀ ਨੂੰ, ਇਹਨਾਂ ਤੱਤਾਂ ਦੇ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਵਸ ਰਿਹਾ ਹੈ। ਚਾਰ ਕੁੰਟ ਦਹ ਦਿਸੇ ਸਮਾਹੇ। ਤੇ ਜਿਹੜੇ 4 ਕੁੰਟ ਨੇ, 4 ਦਿਸ਼ਾ ਨੇ, ਉੱਤਰ, ਦੱਖਣ, ਪੂਰਬ ਤੇ ਪੱਛਮ, ਹਜ਼ੂਰ ਕਹਿੰਦੇ ਇਹਨਾਂ ਚਾਰੇ ਕੁੰਟਾਂ ਦੇ ਵਿੱਚ ਵੀ ਜਿਹੜੀਆਂ ਤੇ 10 ਦਿਸ਼ਾ ਨੇ, ਜਿਹੜੀਆਂ ਉਪ ਦਿਸ਼ਾ ਤੇ ਨਾਲ ਧਰਤੀ ਤੇ ਅਸਮਾਨ ਦੀ ਦਿਸ਼ਾ ਰਲਾ ਕੇ 10 ਦਿਸ਼ਾ ਬਣ ਜਾਂਦੀਆਂ ਨੇ। ਜਿਹੜੀਆਂ ਮੁੱਖ 4 ਦਿਸ਼ਾ ਨੇ ਤੇ ਬਾਕੀ ਜਿਹੜੀਆਂ ਉਪ ਦਿਸ਼ਾ 10 ਦਿਸ਼ਾ ਨੇ, ਉਹਨਾਂ ਦੇ ਵਿੱਚ ਵੀ ਵਾਹਿਗੁਰੂ ਆਪ ਸਮਾ ਰਿਹਾ ਹੈ। ਤਿਸ ਤੇ ਭਿੰਨ ਨਹੀਂ ਕੋ ਠਾਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੁਕਤੀ ਗੱਲ ਇਹ ਹੈ ਵੀ ਉਸ ਵਾਹਿਗੁਰੂ ਪਰਮੇਸ਼ਰ ਤੋਂ ਭਿੰਨ, ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਾਹਰ ਕੋਈ ਥਾਂ ਨਹੀਂ ਹੈ। ਗੁਰ ਪ੍ਰਸਾਦ ਨਾਨਕ ਸੁਖ ਪਾਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਗੁਰਮੁਖੋ, ਗੁਰ ਪ੍ਰਸਾਦ ਆ ਗਿਆ ਨਾ ਉਹੀ ਸ਼ਬਦ, ਵੀ ਗੁਰੂ ਦੀ ਕਿਰਪਾ ਦੁਆਰਾ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਕੇ, ਸਰਵ ਵਿਆਪਕ ਜਾਣ ਕੇ ਸੁਖ ਪਾਓ। ਅਸੀਂ ਤੇ ਸੁਖ ਪ੍ਰਾਪਤ ਕਰ ਰਹੇ ਹਾਂ, ਸੁਖ ਮੰਨ ਰਹੇ ਹਾਂ। ਵੇਦ ਪੁਰਾਨ ਸਿਮਰਤ ਮਹਿ ਦੇਖ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਦੂਸਰੇ ਢੰਗ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੀ ਵਿਆਪਕਤਾ ਦਰਸਾਉਣ ਲੱਗੇ ਨੇ। ਆ ਜਿਹੜੇ ਧਰਮ ਗ੍ਰੰਥ ਨੇ, 4 ਵੇਦ ਨੇ, 18 ਪੁਰਾਣ ਨੇ, ਸਿਮਰਤੀਆਂ ਨੇ, ਬਈ ਇਹਨਾਂ ਦੇ ਵਿੱਚ ਵੀ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਵਸ ਰਿਹਾ ਹੈ, ਇਹਨਾਂ ਵਿੱਚ ਵੀ ਰੱਬ ਵਸ ਰਿਹਾ। ਦੇਖ ਲਓ ਸਸਿਅਰ ਸੂਰ ਨਖੇਤਰ ਮਹਿ ਏਕ। ਤੇ ਸਸਿਅਰ ਦਾ ਅਰਥ ਹੈ ਚੰਦਰਮਾ, ਤੇ ਸੂਰ ਦਾ ਅਰਥ ਹੈ ਸੂਰਜ, ਤੇ ਨਖੇਤਰ ਦਾ ਅਰਥ ਹੈ ਜਿਹੜੇ ਹੋਰ ਤਾਰੇ ਨੇ, ਗ੍ਰਹਿ ਨੇ, ਉਹਨਾਂ ਵੀ ਸਾਰਿਆਂ ਦੇ ਵਿੱਚ ਇੱਕ ਵਾਹਿਗੁਰੂ ਦੀ ਜੋਤ ਵਸ ਰਹੀ ਹੈ। ਕਿਉਂਕਿ ਸਤਿਗੁਰੂ ਦਾ ਸਿਧਾਂਤ ਹੈ ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ, ਜ਼ਮੀਨ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਹਿ ਘਾਟ ਹੈ ਨ ਬਾੜ ਹੈ, ਨ ਘਾਟ ਬਾੜ ਹੋਤ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਵੇਦਾਂ ਪੁਰਾਣਾ ਸਿਮਰਤੀਆਂ ਦੇ ਵਿੱਚ ਇਹ ਜਿਹੜੀ ਹੈ, ਜਿਹੜੀ ਸ਼ਾਸਤਰ ਸ੍ਰਿਸ਼ਟੀ ਹੈ, ਇਹਦੇ ਵਿੱਚ ਵੀ ਰੱਬ ਹੀ ਵਸਦਾ ਹੈ। ਕਿਉਂਕਿ ਉਹ ਵੀ ਤਾਂ ਕਿਸੇ ਨਾ ਕਿਸੇ ਢੰਗ ਦੇ ਨਾਲ ਵਾਹਿਗੁਰੂ ਦੀ ਹੀ ਸਿਫਤ ਸਲਾਹ ਕਰਦੇ ਨੇ। ਤੇ ਬਾਕੀ ਜਿਹੜੇ ਚੰਦਰਮਾ, ਸੂਰਜ ਤੇ ਗ੍ਰਹਿ ਨੇ, ਉਹਨਾਂ ਦੇ ਵਿੱਚ ਵੀ ਵਾਹਿਗੁਰੂ ਦੀ ਜੋਤ ਵਸ ਰਹੀ ਹੈ। ਬਾਣੀ ਪ੍ਰਭ ਕੀ ਸਭ ਕੋ ਬੋਲੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਇੱਕ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬਾਣੀ ਨੂੰ ਬੋਲ ਰਿਹਾ ਹੈ। ਭਾਵ ਅਸੀਂ ਆ ਜਿਹੜੀ ਆਵਾਜ਼ ਹੈ ਨਾ ਸਾਡੇ ਅੰਦਰੋਂ ਆਉਂਦੀ, ਇਹ ਵੀ ਵਾਹਿਗੁਰੂ ਦੀ ਦਾਤ ਹੈ।
सतगुरु दे बचन है, जब अपनी जोत खिंचै तू स्वामी, तब कोई करो दिशा वखियाना। जदों वाहिगुरु अपनी जोत खिंच लैंदा है तो उस वेले कोई बोल सकदा है? बाणी उसे वेले खत्म हो जाती। इसे लिए सतगुरु कहते ने बाणी प्रभ की सब को बोलै, भी हर कोई जीव उस वाहिगुरु परमेश्वर की बाणी नूं ही बोल रहा है, भाव ओहदी किरपा दे नाल ही बोल रहा है। आप अडोल ना कबहू डोलै, वो अकाल पुरख वाहिगुरु आप अडोल है ते कदी भी डोलदा नहीं है, क्योंकि वो वाहिगुरु परमेश्वर इन्ना अडोल है। अज जिवें आपां समुंदर दे पानी वाल किधरे ध्यान नाल दिखीए ना, ते समुंदर दे उपरले पानी विच तां लहरां हुंदियां ने, पर जोड़ा ओहदा हेठला पानी हुंदा है ना, वो बहुत अडोल हुंदा है। तुसीं 10-20 फुट तो हेठां समुंदर विच चले जाओ, पानी बहुत अडोल हुंदा है ते बहुत निर्मल हुंदा है। हजूर कहंदे ने इसे तरह वो अकाल पुरख वाहिगुरु आप अडोल है ते किसे तरह भी डोलदा नहीं है। सर्व कला कर खेलै खेल, साहिब सतगुरु सच्चे पातशाह फरमाउंदे ने वो वाहिगुरु सारियां ही कला अपनियां शक्तियां कुदरत दीयां शक्तियां रच के ते संसार दे खेड नूं खेडदा है। आ देख लो संसार दे विच भी किन्नियां शक्तियां ने, आ जिन्हां नूं साइंसदान प्रगट करदे ने। हुण आ जिहड़ी बिजली है वेख लो, ये तो किन्ने सुख आपां लै रहे हां। होर गैस है, होर कई चीज़ां ने, ये खोज द्वारा प्राप्त हुंदियां ने ना। इसलिए सारियां कला शक्तियां वाहिगुरू दीयां ने, पैदा ते उसे ने कीतियां ना, ते असीं ते सिर्फ उन्हां नूं प्रगट करदे हां। पैदा उसे दीयां कीतियां ने, वो सारियां शक्तियां नूं पैदा करके संसार दे संसार दीयां खेडां नूं खेड रहा है। मोल ना पाइए गुण है अमोल, साहिब सतगुरु सच्चे पातशाह फरमाउंदे ने बई उस वाहिगुरू परमेश्वर दे गुण भी बड़े अमोलक ने, क्योंकि वाहिगुरू सारे गुणां दा भंडार है। सब गुण तेरे मैं नाही कोई, विन गुण कीते भगत ना होए। सतगुरु कहंदे ने गुण है अमोल, उस वाहिगुरू दे गुण बड़े अमोलक ने, मोल ना पाइए, वो किसी मुल दे बदले नहीं प्राप्त हो सकते। हाँ, वाहिगुरू दी किरपा दे नाल ही वो प्राप्त हुंदे हन। सर्व जोत मह जा की जोत, लो हजूर कहंदे ने पाई सर्व जोत मैं जा की जोत, सारियां जोतियां विच भी उस वाहिगुरू परमेश्वर दी जोत ही जग रही है। सतगुरु दे बचन है, सब मैं जोत जोत है सोए, तिसदा चानन सब मैं चानन होए। उस वाहिगुरू दी जोत सारियां जोतां विच ही जग रही है। जे सूरज दे विच भी जोत है, वो वाहिगुरू दी जोत दी ही रोशनी नाल वो प्रकाश कर रहा है। जे चंद्रमा विच है, तारियां विच है, क्योंकि खट जोतियां मनियां ने। जिहड़ियां खट जोतियां ने उहदे विच सूरज भी है, चंद्रमा भी है, तारे भी हन, बिजली भी है, अग्नि भी है। ते 6वें नंबर ते जिहड़ी बुद्धि है जां बाणी, इहनूं भी एक रोशनी मन्ने। इहदे नाल भी ज्ञान सानूं हुंदा है ना। इसलिए बाणी भी एक जोत है, गुरबाणी इस जग में चानन। इस लिए साहिब सतगुरु सच्चे पातशाह कहते ने सारियां जोतां विच जिस वाहिगुरू दी जोत प्रकाशमान हो रही है। धार रहे हो स्वामी ओत पोत, ओ स्वामी मालक वाहिगुरू परमेश्वर ओत पोत ताने पेटे वांगू सब दे नाल मिलिया होया है। इसे लिए तां कलगीधर पातशाह ने उस वाहिगुरू परमेश्वर की उपमा करदियां होया ये शब्द आखे ने, नमो सूरज सूरजे नमो चंद्र चंद्रे। वो सूरजां दा भी सूरज है ते चंद्रमा दा भी प्रकाश को ही है। इसे लिए सतगुरु कहते ने वाहिगुरू ओत पोत दा अर्थ है ताने पेटे वांगू ते सब सारियां दे विच मिलिया होया है ते धार रहे हो। ते जिन्नियां जोतियां ने, चाहे सूरज ने, चंद्रमा है ते चाहे होर भी जोतियां ने, उन्हां सारियां नूं अपनी चैतन सत्ता दे आसरे टिका रहा है। गुर प्रसाद भरम का नास, धन गुरु अर्जन देव महाराज सच्चे पातशाह फिर उत्थे गुरप्रसाद शब्द नूं उच्चारण करते ने भी जदों गुरु की किरपा दे नाल भरम नाश हो जाता है। नानक तिन मह इहो विश्वास, ते फिर उन्हां गुरमुखां दे हिरदे विच ये विश्वास पैदा हुंदा है भी सारियां विच वाहिगुरू की जोत वरत रही है। जदों गुरु की किरपा दे नाल भरम दा नाश हो जावे ते भाई फिर उन्हां दे मन दे विच पक्का विश्वास ते एक यकीन पैदा हो जाता है
ਕਿ ਵਾਹਿਗੁਰੂ ਦੀ ਜੋਤ ਸਰਵ ਵਿਆਪਕ ਹੈ। ਸੰਤ ਜਨਾਂ ਕਾ ਪੇਖਣ ਸਭ ਬ੍ਰਹਮ। ਲਓ ਹੁਣ ਜਿਹੜੇ ਦੁਨੀਆ ਦੇ ਵਿੱਚ ਸੰਤ ਨੇ, ਕਿਉਂਕਿ ਜਿਹੜਾ ਸੰਤ ਸ਼ਬਦ ਹੈ ਗੁਰਬਾਣੀ ਵਿੱਚ ਅਨੇਕਾਂ ਰੂਪਾਂ ਦੇ ਵਿੱਚ ਵਰਤਿਆ ਮਿਲਦਾ ਹੈ। ਸੰਤ ਸ਼ਬਦ ਦੇ ਬਾਰੇ ਮਹਾਂਪੁਰਖੇ ਵਿਚਾਰ ਦੱਸਦੇ ਸਨ ਵੀ ਸੰਤ ਕਿਧਰੇ ਅਕਾਲ ਪੁਰਖ ਦੇ ਅਰਥਾਂ ਵਿੱਚ ਵੀ ਵਰਤਿਆ ਗਿਆ ਹੈ ਤੇ ਕਿਧਰੇ ਸੰਤ ਸ਼ਬਦ ਗੁਰੂ ਦੇ ਅਰਥਾਂ ਵਿੱਚ ਵਰਤਿਆ ਗਿਆ ਹੈ। ਜਿਵੇਂ ਇਸੇ ਹੀ ਅਸ਼ਟਪਦੀ ਦੇ ਪਹਿਲੇ ਸ਼ਲੋਕ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਹਰ ਕਿਰਪਾ ਤੇ ਸੰਤ ਭੇਟਿਆ, ਉੱਥੇ ਸੰਤ ਗੁਰੂ ਦਾ ਵਾਚਕ ਹੈ ਵੀ ਉਹ ਕਈ ਵਾਰੀ ਗੁਰੂ ਦੇ ਅਰਥਾਂ ਵਿੱਚ ਵੀ ਸੰਤ ਸ਼ਬਦ ਵਰਤਿਆ ਗਿਆ ਹੈ। ਤੇ ਕਿਧਰੇ ਜਿਹੜਾ ਸੰਤ ਸ਼ਬਦ ਹੈ ਵੀ ਕਿਸੇ ਗੁਰਮੁਖ ਵਿਅਕਤੀ ਲਈ ਵੀ ਵਰਤਿਆ ਗਿਆ ਹੈ, ਜਿਹਦੀ ਪਰਿਭਾਸ਼ਾ ਸਤਿਗੁਰੂ ਨੇ ਇਹ ਲਿਖੀ ਹੈ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਉਹਨਾਂ ਲਈ ਵੀ, ਉਹਨਾਂ ਮਹਾਂਪੁਰਖਾਂ ਲਈ ਵੀ ਇਹ ਸ਼ਬਦ ਵਰਤਿਆ ਗਿਆ ਹੈ। ਤੇ ਕਿਧਰੇ ਸੰਤ ਸ਼ਬਦ ਜਗਿਆਸੂਆਂ ਲਈ ਵੀ ਵਰਤਿਆ ਗਿਆ ਹੈ। ਇਹ ਚਾਰ ਰੂਪਾਂ ਦੇ ਵਿੱਚ ਸੰਤ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਗੁਰਬਾਣੀ ਦੇ ਵਿੱਚ। ਤੇ ਨਾਲ ਮਹਾਂਪੁਰਖ ਇਹ ਵੀ ਵਿਚਾਰ ਵਿਦਿਆਰਥੀਆਂ ਨੂੰ ਸਮਝਾਉਂਦੇ ਸਨ, ਜਥਾ ਪ੍ਰਕਰਣੰ ਤਥਾ ਅਰਥੰ। ਇੱਕ ਸ਼ਬਦ ਅਨੇਕਾਂ ਹੀ ਅਰਥ ਰੱਖਦਾ ਹੁੰਦਾ, ਪਰ ਜਿਹੋ ਜਿਹਾ ਪ੍ਰਕਰਣ ਹੋਵੇ ਉਹੋ ਜਿਹਾ ਉਹਦਾ ਅਰਥ ਕੀਤਾ ਜਾਣਾ ਚਾਹੀਦਾ ਹੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਇੱਥੇ ਸੰਤ ਸ਼ਬਦ ਦੀ ਗੱਲ ਕਰਨ ਲੱਗੇ ਨੇ। ਇੱਥੇ ਜਿਹੜੇ ਗੁਰਮੁਖ ਵਿਅਕਤੀ ਨੇ, ਬ੍ਰਹਮ ਗਿਆਨੀ ਮਹਾਂਪੁਰਖ ਨੇ, ਇੱਥੇ ਉਹਨਾਂ ਦੇ ਲਈ ਸੰਤ ਸ਼ਬਦ ਸਤਿਗੁਰੂ ਮਹਾਰਾਜ ਨੇ ਵਰਤਿਆ ਹੈ। ਉਹਨਾਂ ਦੀ ਕੈਸੀ ਦ੍ਰਿਸ਼ਟੀ ਹੁੰਦੀ ਹੈ ਤੇ ਕਿਹੋ ਜਿਹੀ ਉਹਨਾਂ ਦੀ ਰਹਿਣੀ ਬਹਿਣੀ ਹੁੰਦੀ ਹੈ, ਲੋ ਉਹਦੇ ਬਾਰੇ ਸਤਿਗੁਰੂ ਚਾਨਣਾ ਪਾ ਰਹੇ ਨੇ। ਸੰਤ ਜਨਾਂ ਕਾ ਪੇਖਣ ਸਭ ਬ੍ਰਹਮ। ਉਹਨਾਂ ਸੰਤਾਂ ਮਹਾਂਪੁਰਖਾਂ ਦਾ ਪੇਖਣ ਦਾ ਅਰਥ ਹੁੰਦਾ ਹੈ ਜੋ ਦ੍ਰਿਸ਼ਟੀਕੋਣ ਹੈ ਉਹ ਐਸਾ ਹੁੰਦਾ ਹੈ ਸਭ ਬ੍ਰਹਮ, ਉਹ ਸਾਰਿਆਂ ਵਿੱਚ ਪਰਮੇਸ਼ਰ ਨੂੰ ਵੇਖਦੇ ਨੇ। ਇਹ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ ਹੈ। ਦੋਏ ਦੋਏ ਲੋਚਨ ਪੇਖਾ, ਹਉ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ, ਆਓ ਬੇਗਲ ਕਹਿਣ ਨਾ ਜਾਈ। ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਹਜ਼ੂਰ ਕਹਿੰਦੇ ਨੇ ਉਹਨਾਂ ਸੰਤ ਜਨਾਂ ਦਾ ਪੇਖਣ ਦਾ ਅਰਥ ਹੁੰਦਾ ਦੇਖਣਾ, ਭਾਵ ਉਹਨਾਂ ਦਾ ਦ੍ਰਿਸ਼ਟੀਕੋਣ ਐਸਾ ਹੁੰਦਾ ਉਹ ਸਾਰਿਆਂ ਵਿੱਚ ਹੀ ਪਰਮੇਸ਼ਰ ਨੂੰ ਵੇਖਦੇ ਹਨ। ਸੰਤ ਜਨਾਂ ਕੈ ਹਿਰਦੈ ਸਭ ਧਰਮ। ਲਓ ਜਿਹੜੇ ਐਸੇ ਸੰਤ ਮਹਾਂਪੁਰਖ ਨੇ ਉਹਨਾਂ ਦੇ ਹਿਰਦੇ ਵਿੱਚ ਸਾਰੇ ਹੀ ਧਰਮ ਵਸਦੇ ਨੇ। ਇਹਦਾ ਮਤਲਬ ਇਹ ਹੈ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ, ਕਿਉਂਕਿ ਜਿੰਨੇ ਵੀ ਧਰਮ ਨੇ ਅਕਸਰ ਹੈ ਤੇ ਉਹ ਰੱਬ ਨੂੰ ਮਿਲਣ ਦੇ ਰਸਤੇ ਹੀ ਨੇ ਨਾ। ਇਸ ਲਈ ਕਿਸੇ ਤੋਂ ਨਫ਼ਰਤ ਨਹੀਂ ਕਰਦੇ, ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ। ਦੂਸਰਾ ਸੰਤ ਜਨਾਂ ਕਾ ਹਿਰਦਾ ਸਭ ਧਰਮ, ਉਹਨਾਂ ਮਹਾਂਪੁਰਖਾਂ ਦੇ ਹਿਰਦੇ ਵਿੱਚ ਵੀ ਸਾਰੇ ਧਰਮ ਭਾਵ ਜਿੰਨੇ ਦੇਵੀ ਗੁਣ ਨੇ, ਸਦਾਚਾਰਕ ਗੁਣ ਨੇ, ਅਥਵਾ ਜਿੰਨਾ ਵੀ ਸ੍ਰੇਸ਼ਟ ਆਚਾਰ ਤੇ ਵਿਚਾਰ ਹੈ, ਇਹ ਧਰਮ ਦਾ ਰੂਪ ਉਹਨਾਂ ਦੇ ਹਿਰਦੇ ਵਿੱਚ ਵਸ ਰਿਹਾ ਹੁੰਦਾ ਹੈ। ਸੰਤ ਜਨਾਂ ਸੁਨਹਿ ਸੁਭ ਬਚਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਸੰਤ ਜਨ ਐਸੇ ਮਹਾਂਪੁਰਖ ਨੇ ਵੀ ਉਹ ਸਤਿਗੁਰੂ ਦੇ ਮੁਖਾਰ ਬੈਨ ਤੋਂ ਸ਼ੁਭ ਬਚਨ ਸੁਣਦੇ ਨੇ, ਭਾਵ ਉਹ ਗੁਰਮੁਖ ਹਰ ਵੇਲੇ ਜਿਹੜੇ ਸਤਿਗੁਰੂ ਦੀ ਬਾਣੀ ਦੇ ਬਚਨ ਨੇ, ਬਾਣੀ ਦੇ ਉਪਦੇਸ਼ ਨੇ, ਇਹਨਾਂ ਨੂੰ ਸੁਣਦੇ ਰਹਿੰਦੇ ਹਨ। ਸਰਬ ਵਿਆਪੀ RAM ਸੰਗ ਰਚਨ। ਤੇ ਫਿਰ ਉਹ ਮਹਾਂਪੁਰਖ ਜੋ ਸਰਵ ਵਿਆਪਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਨਾਲ ਰਚਦੇ ਨੇ, ਉਹਦੇ ਨਾਲ ਦਿਲੋਂ ਪਿਆਰ ਕਰਦੇ ਹਨ। ਜਿਨ ਜਾਤਾ ਤਿਸ ਕੀ ਇਹ ਰਹਿਤ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਭੇਖੀ ਸੰਤਾਂ ਦੀ ਗੱਲ ਨਹੀਂ। ਜਨ ਜਾਤਾ ਜਿਸਨੇ ਉਸ ਅਕਾਲ ਪੁਰਖ ਨੂੰ ਜਾਣ ਲਿਆ ਹੈ, ਭਾਵ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਨੇ, ਤਿਸ ਕੀ ਇਹ ਰਹਿਤ, ਵੀ ਉਸੀ ਇਹ ਰਹਿਤ ਹੁੰਦੀ ਹੈ। ਸਤ ਬਚਨ ਸਾਧੂ ਸਭ ਕਹਿਤ। ਤੇ ਫਿਰ ਉਹ ਜਿਹੜੇ ਹੁਣ ਇੱਥੇ ਸਾਧੂ ਸ਼ਬਦ ਵਰਤਿਆ ਹੈ, ਸੰਤ ਤੇ ਸਾਧੂ ਦੋਨੋਂ ਪਰਿਆਇਵਾਚਕ ਸ਼ਬਦ ਨੇ। ਹਜ਼ੂਰ ਕਹਿੰਦੇ ਨੇ ਵੀ ਸਤ ਬਚਨ ਸਾਧੂ ਸਭ ਕਹਿਤ। ਉਹ ਜਿਹੜੇ ਐਸੇ ਸਾਧੂ ਨੇ, ਕਿਉਂਕਿ ਸਾਧ ਕੀ ਸੋਭਾ ਸਾਧ ਬਣ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਸਾਧੂ ਵੀ ਪਰਮੇਸ਼ਰ ਦਾ ਹੀ ਰੂਪ ਹੁੰਦੇ ਨੇ, ਸੰਤ ਵੀ ਪਰਮੇਸ਼ਰ ਦਾ ਰੂਪ ਹੁੰਦੇ ਨੇ। ਸੰਤ ਨਾਮ ਮੈਂ ਭੇਦ ਕਿਛ ਨਾਹੀ। ਹਜ਼ੂਰ ਕਹਿੰਦੇ ਨੇ ਸਤ ਬਚਨ ਸਾਧੂ ਸਭ ਕਹਿਤ। ਜਿਹੜੇ ਉਹ ਸਾਧੂ ਲੋਕ ਨੇ ਉਹ ਹਮੇਸ਼ਾ ਲਈ ਆਪਣੇ ਮੁਖ ਤੋਂ ਸੱਚੇ ਬਚਨ ਹੀ ਸਾਰੇ ਆਖਦੇ ਨੇ। ਮਹਾਂਪੁਰਖਾਂ ਦੀ ਜ਼ੁਬਾਨ ਤੋਂ ਕਦੇ ਝੂਠ ਨਹੀਂ ਨਿਕਲਦਾ ਤੇ ਨਿਕਲਣਾ ਵੀ ਨਹੀਂ ਚਾਹੀਦਾ। ਜੋ ਕੁਛ ਉਹ ਅੰਦਰ ਕਹਿੰਦੇ ਨੇ ਉਹ ਬਾਹਰ ਵੀ ਕਹਿੰਦੇ ਨੇ। ਉਹ ਨਹੀਂ ਹੈ ਵੀ ਅੰਦਰ ਕੋਈ ਗੱਲ ਹੋਰ ਕਹਿਣ ਤੇ ਬਾਹਰ ਜਾ ਕੇ ਦੂਸਰੀ ਗੱਲ ਬਦਲ ਲੈਣ।
ਆਮ ਲੋਕਾਂ ਦਾ ਸੁਭਾਅ ਹੁੰਦਾ ਹੈ, ਉਹ ਅੰਦਰ ਗੱਲ ਹੋਰ ਕਰਦੇ ਨੇ, ਬਾਹਰ ਜਾ ਕੇ ਹੋਰ ਕਰਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਜਿਨ੍ਹਾਂ ਦੇ ਮਨ ਦੇ ਵਿੱਚ ਹੋਰ ਗੱਲ ਹੁੰਦੀ ਹੈ ਤੇ ਬਾਹਰੋਂ ਹੋਰ ਗੱਲਾਂ ਕਰਦੇ ਨੇ, ਤੇ ਬਈ ਉਹ ਤੇ ਕੱਚੇ ਸਿੱਖ ਨੇ, ਉਹਨਾਂ ਨੂੰ ਪੱਕੇ ਸਿੱਖ ਨਹੀਂ ਆਖਿਆ ਜਾ ਸਕਦਾ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਪੂਰਨ ਸਿੱਖ ਦੀ ਇਹ ਨਿਸ਼ਾਨੀ ਹੈ ਵੀ ਉਹ ਹਮੇਸ਼ਾ ਆਪਣੇ ਮੂੰਹੋਂ ਸੱਚੇ ਬਚਨ ਬੋਲੇਗਾ। ਜੋ ਜੋ ਹੋਏ ਸੋਈ ਸੁਖ ਮਾਨੈ, ਤੇ ਫਿਰ ਉਹ ਜੋ ਜੋ ਵੀ ਹੁੰਦਾ ਹੈ ਤੇ ਉਹਨੂੰ ਸੁਖ ਰੂਪ ਕਰਕੇ ਮੰਨਦਾ ਹੈ। ਭਾਵ ਕਈ ਵਾਰੀ ਸੰਸਾਰ ਦੇ ਵਿੱਚ ਉਤਰਾਅ ਚੜ੍ਹਾਅ ਵੀ ਆਉਂਦੇ ਨੇ, ਹਰਖ ਸ਼ੋਕ ਵੀ ਆਉਂਦਾ ਹੈ, ਦੁੱਖ ਸੁੱਖ ਵੀ ਆਉਂਦਾ ਹੈ, ਕਈ ਤੂਫਾਨ ਵੀ ਉੱਠਦੇ ਨੇ, ਕਈ ਹਨੇਰੀਆਂ ਵੀ ਆਉਂਦੀਆਂ ਨੇ, ਝੱਖੜ ਵੀ ਝੁੱਲਦੇ ਨੇ, ਪਰ ਉਹ ਵਾਹਿਗੁਰੂ ਦਾ ਪਿਆਰਾ ਜੋ ਵੀ ਹੁੰਦਾ ਹੈ ਤੇ ਉਹਨੂੰ ਸੁਖ ਰੂਪ ਕਰਕੇ ਮੰਨਦਾ। ਉਹ ਕਹਿੰਦਾ ਵੀ ਵਾਹਿਗੁਰੂ ਦੀ ਮੌਜ ਹੈ, ਉਹ ਕਰ ਰਿਹਾ ਹੈ ਤੇ ਸਾਨੂੰ ਘਬਰਾਉਣਾ ਨਹੀਂ ਚਾਹੀਦਾ। ਜੋ ਵਾਹਿਗੁਰੂ ਕਰਦਾ ਹੈ ਉਹਦਾ ਅੰਤ ਭਲਾ ਹੀ ਹੁੰਦਾ ਹੈ। ਕਰਨ ਕਰਾਵਨ ਹਾਰ ਪ੍ਰਭ ਜਾਣੈ, ਤੇ ਫਿਰ ਉਹਦਾ ਵੀ ਵਿਸ਼ਵਾਸ ਹੁੰਦਾ ਹੈ ਸਭ ਕੁਝ ਕਰਨ ਕਰਾਉਣ ਵਾਲਾ ਕੇਵਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਤੇ ਉਹ ਸਭ ਨੂੰ ਕਰਨ ਕਰਾਉਣ ਵਾਲਾ ਅਕਾਲ ਪੁਰਖ ਨੂੰ ਹੀ ਜਾਣਦਾ ਹੈ। ਅੰਤਰ ਬਸੇ ਬਾਹਰ ਭੀ ਉਹੀ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅੰਦਰ ਵੀ ਉਹ ਵਾਹਿਗੁਰੂ ਜੀ ਵਸ ਰਹੇ ਨੇ ਸਾਡੇ, ਤੇ ਬਾਹਰ ਵੀ ਉਹੀ ਸਾਨੂੰ ਵਸਦੇ ਦਿਸ ਰਹੇ ਹਨ। ਨਾਨਕ ਦਰਸ਼ਨ ਦੇਖ ਸਭ ਮੋਹੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵੀ ਅਸੀਂ ਤੇ ਵਾਹਿਗੁਰੂ ਦੇ ਦਰਸ਼ਨ ਦੇਖ ਕੇ ਸਾਰੇ ਮੋਹਿਤ ਹੋ ਗਏ ਹਾਂ। ਭਾਵ ਵਾਹਿਗੁਰੂ ਦੀ ਪ੍ਰਤੱਖ ਜੋਤ ਦੇ ਸਾਨੂੰ ਦਰਸ਼ਨ ਦੀਦਾਰੇ ਹੋ ਰਹੇ ਨੇ ਅੰਦਰ ਵੀ ਤੇ ਬਾਹਰ ਵੀ, ਤੇ ਅਸੀਂ ਤੇ ਉਸ ਦੇ ਦਰਸ਼ਨ ਵੇਖ ਕੇ ਮੋਹਿਤ ਹੋ ਗਏ ਹਾਂ। ਆਪ ਸਤ ਕੀਆ ਸਭ ਸਤ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਉਸ ਵਾਹਿਗੁਰੂ ਪਰਮੇਸ਼ਰ ਦੀ ਸ੍ਰਿਸ਼ਟੀ ਦੇ ਬਾਰੇ ਕੁਛ ਅੱਗੇ ਬਿਆਨ ਕਰਨ ਲੱਗੇ ਨੇ। ਆਪ ਸਤ, ਉਹ ਅਕਾਲ ਪੁਰਖ ਵਾਹਿਗੁਰੂ ਆਪ ਵੀ ਤਿੰਨੇ ਕਾਲ ਸੱਚ ਸਰੂਪ ਹੈ। ਆਦ ਸੱਚ, ਜੁਗਾਦ ਸੱਚ ਹੈ, ਪੀ ਸੱਚ, ਨਾਨਕ ਹੋਸੀ ਪੀ ਸੱਚ। ਕੀਆ ਸਭ ਸਤ, ਜੋ ਕੁਝ ਉਸਨੇ ਪੈਦਾ ਕੀਤਾ ਹੈ ਉਹ ਵੀ ਸੱਚ ਰੂਪ ਹੀ ਹੈ, ਕਿਉਂਕਿ ਬਣਾਉਣ ਵਾਲਾ ਵੀ ਸੱਚਾ ਹੈ ਤੇ ਜਿਹੜਾ ਉਸਨੇ ਸੰਸਾਰ ਬਣਾਇਆ ਹੈ ਉਹ ਵੀ ਸੱਚਾ ਹੈ। ਇਹਦੇ ਵਿੱਚ ਇੱਕ ਕਾਰਨ ਹੈ, ਕਿਉਂਕਿ ਸੰਸਾਰ ਦਾ ਜਿਹੜਾ ਮੂਲ ਆਧਾਰ ਉਹ ਵਾਹਿਗੁਰੂ ਪਰਮੇਸ਼ਰ ਆਪ ਹੈ। ਜਿਵੇਂ ਸਾਗਰ ਦੀ ਲਹਿਰ ਹੁੰਦੀ ਹੈ, ਸਾਗਰ ਤੋਂ ਬਿਨਾਂ ਤੇ ਲਹਿਰ ਹੋ ਹੀ ਨਹੀਂ ਸਕਦੀ। ਇਸ ਸੰਸਾਰ ਇੱਕ ਲਹਿਰ ਹੈ। ਸਤਿਗੁਰੂ ਕਹਿੰਦੇ ਨੇ ਜਿਵੇਂ ਲਹਿਰ ਸਾਗਰ ਤੋਂ ਵੱਖ ਨਹੀਂ ਨਾ ਹੁੰਦੀ, ਇਸੇ ਤਰ੍ਹਾਂ ਲਹਿਰ ਦਾ ਰੰਗ ਰੂਪ ਕੁਝ ਸਮੇਂ ਲਈ ਵੱਖਰਾ ਦਿਖਾਈ ਜ਼ਰੂਰ ਦਿੰਦਾ ਹੈ, ਪਰ ਕੁਝ ਸਮੇਂ ਤੋਂ ਬਾਅਦ ਜਦੋਂ ਹਵਾ ਰੁਕ ਜਾਵੇ ਤੇ ਲਹਿਰ ਸ਼ਾਂਤ ਹੋ ਜਾਂਦੀ। ਇਸੇ ਤਰ੍ਹਾਂ ਇਸ ਸੰਸਾਰ ਤੇ ਪਰਮੇਸ਼ਰ ਦੀ ਇੱਕ ਲਹਿਰ ਹੈ। ਉਹ ਵਾਹਿਗੁਰੂ ਆਪ ਵੀ ਸਤ ਸਰੂਪ ਹੈ, ਜੋ ਉਸਨੇ ਪੈਦਾ ਕੀਤਾ ਉਹ ਵੀ ਸਤ ਰੂਪ ਹੀ ਹੈ। ਭਾਵ ਉਹਦਾ ਆਧਾਰ ਵਾਹਿਗੁਰੂ ਸਤ ਹੈ। ਤਿਸ ਪ੍ਰਭ ਤੇ ਸਗਲੀ ਉਤਪਤ। ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਸਾਰੀ ਸ੍ਰਿਸ਼ਟੀ ਉਤਪਤ ਦਾ ਅਰਥ ਹੈ ਪੈਦਾ ਹੋਈ ਹੈ। ਤਿਸ ਭਾਵੈ ਤਾ ਕਰੇ ਵਿਸਥਾਰ। ਲਓ ਜਦੋਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਪਾਉਂਦਾ ਹੈ ਉਸੇ ਵੇਲੇ ਸੰਸਾਰ ਦਾ ਵਿਸਥਾਰ ਕਰਦਾ ਹੈ। ਕੀਤਾ ਪਸਾਓ ਏਕੋ ਕੁਆਓ, ਤਿਸਤੇ ਹੋਏ ਲੱਖ ਦਰਿਆਓ। ਜਦੋਂ ਵਾਹਿਗੁਰੂ ਦੀ ਇੱਛਾ ਹੋਵੇ ਉਸੇ ਵੇਲੇ ਸੰਸਾਰ ਦਾ ਫੈਲਾਓ ਕਰ ਦਿੰਦਾ ਹੈ। ਤਿਸ ਭਾਵੈ ਤਾਂ ਏਕੰਕਾਰ। ਹਾਂ, ਜਦੋਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਭਾਵੇ ਸਾਰੇ ਪਸਾਰੇ ਨੂੰ ਸਮੇਟ ਕੇ, ਸਾਰੇ ਸੰਸਾਰ ਨੂੰ ਸਮੇਟ ਕੇ, ਤੇ ਫਿਰ ਏਕੰਕਾਰ ਉਹ ਆਪਣੇ ਇੱਕ ਓੰਕਾਰ ਸਰੂਪ ਦੇ ਵਿੱਚ ਟਿਕ ਜਾਂਦਾ ਹੈ। ਅਨਕ ਕਲਾ ਲਖੀ ਨਹਿ ਜਾਏ। ਉਸ ਵਾਹਿਗੁਰੂ ਦੀਆਂ ਬੇਅੰਤ ਸ਼ਕਤੀਆਂ ਨੇ ਔਰ ਉਹਨਾਂ ਦੇ ਬਾਰੇ ਕੁਝ ਵੀ ਨਹੀਂ ਜਾਣਿਆ ਜਾ ਸਕਦਾ। ਵਾਹਿਗੁਰੂ ਦੀਆਂ ਇੰਨੀਆਂ ਗੁਪਤ ਸ਼ਕਤੀਆਂ ਨੇ। ਠੀਕ ਹੈ, ਸਾਇੰਸਦਾਨ ਖੋਜ ਕਰਦੇ ਨੇ, ਕੁਝ ਦਾ ਪਤਾ ਲੱਗ ਗਿਆ ਹੈ ਤੇ ਕੁਝ ਦਾ ਪਤਾ ਲਾ ਰਹੇ ਨੇ, ਪਰ ਸਤਿਗੁਰੂ ਕਹਿੰਦੇ ਨੇ ਕਲਾ ਅਨੇਕਾਂ ਨੇ, ਸਾਰੀਆਂ ਦਾ ਪਤਾ ਨਹੀਂ ਲੱਗ ਸਕਦਾ ਕਿਸੇ ਨੂੰ ਵੀ। ਜਿਸ ਭਾਵੈ ਤਿਸ ਲਏ ਮਿਲਾਏ। ਲਓ, ਜਿਸ ਨੂੰ ਪਾਉਂਦਾ ਹੈ ਵਾਹਿਗੁਰੂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਕਵਨ ਨਿਕਟ ਕਵਨ ਕਹੀਐ ਦੂਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਕਿਸ ਦੇ ਨੇੜੇ ਉਸ ਨੂੰ ਆਖੀਏ ਤੇ ਕਿਸ ਤੋਂ ਦੂਰ ਆਖੀਏ। ਭਾਵ ਨੇੜਾ ਨਹੀਂ ਦੂਰ, ਨੇੜੇ ਤੇ ਦੂਰ ਕਹਿਣਾ ਉਹਦੇ ਲਈ ਬਣਦਾ ਹੀ ਨਹੀਂ ਹੈ। ਆਪੇ ਆਪ ਭਰਪੂਰ ਹੈ। ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਆਪ ਹੀ ਪਰਿਪੂਰਨ ਹੋ ਰਿਹਾ ਹੈ। ਜਦੋਂ ਵਾਹਿਗੁਰੂ ਸਰਵ ਵਿਆਪਕ ਹੈ ਤੇ ਫਿਰ ਉਹਨੂੰ ਦੂਰ ਨੇੜੇ ਆਖਿਆ ਹੀ ਨਹੀਂ ਜਾ ਸਕਦਾ। ਨੇੜੇ ਉਸ ਨੂੰ ਕਿਹਾ ਜਾਂਦਾ ਹੈ ਜੇ ਉਹਦੇ ਮੁਕਾਬਲੇ ਤੇ ਕੋਈ ਦੂਰ ਵੀ ਹੋਵੇ, ਤੇ ਦੂਰ ਵੀ ਤਾਂ ਹੀ ਆਖਿਆ ਜਾਂਦਾ ਜੇ ਕੋਈ ਨੇੜੇ ਹੋਵੇ।
ਪਰ ਹਜ਼ੂਰ ਕਹਿੰਦੇ ਨੇ ਕਵਨ ਨੈਕਟ, ਉਹ ਕਿਸ ਦੇ ਨੇੜੇ ਹੈ ਤੇ ਕਿਸ ਤੋਂ ਦੂਰ ਹੈ, ਇਹ ਗੱਲ ਕਹਿਣੀ ਬੜੀ ਔਖੀ ਹੈ, ਕਿਉਂਕਿ ਉਹ ਵਾਹਿਗੁਰੂ ਤਾਂ ਸਰਵ ਵਿਆਪਕ ਹੈ, ਉਹ ਆਪਣੇ ਆਪ ਸਾਰਿਆਂ ਦੇ ਆਪੇ ਵਿੱਚ ਪਰਿਪੂਰਨ ਹੋ ਰਿਹਾ ਹੈ। ਅੰਤਰਗਤ ਜਿਸ ਆਪ ਜਨਾਏ। ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜੀ ਅੰਦਰਲੀ ਉਸ ਵਾਹਿਗੁਰੂ ਦੀ ਲੀਲਾ ਹੈ, ਅੰਤਰ ਆਤਮਾ ਦੀ ਖੇਡ ਹੈ, ਜਿਸ ਨੂੰ ਵਾਹਿਗੁਰੂ ਆਪ ਜਣਾ ਦੇਵੇ। ਨਾਨਕ ਤਿਸ ਜਾਣੇ ਆਪ ਬੁਝਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਜਨ ਗੁਰਮੁਖ ਪਿਆਰੇ ਨੂੰ ਫਿਰ ਉਹ ਆਪ ਹੀ ਹਰ ਗੱਲ ਦੀ ਬੁਝਾਏ ਦਾ ਅਰਥ ਹੈ ਸੋਝੀ ਬਖਸ਼ਿਸ਼ ਕਰ ਦਿੰਦਾ ਹੈ। ਜਿਸ ਨੂੰ ਵਾਹਿਗੁਰੂ ਆਪ ਹੀ ਜਣਾਉਣਾ ਚਾਹੇ ਤੇ ਉਸ ਨੂੰ ਬ੍ਰਹਮ ਦ੍ਰਿਸ਼ਟੀ ਬ੍ਰਹਮ ਗਿਆਨ ਦੀ ਅਵਸਥਾ ਦੇ ਦਿੰਦਾ ਹੈ ਤੇ ਫਿਰ ਉਸ ਗੁਰਮੁਖ ਪਿਆਰੇ ਨੂੰ ਸਭ ਕੁਝ ਆਪ ਹੀ ਬੁਝਾ ਦਿੰਦਾ ਹੈ। ਸਰਵ ਭੂਤ ਆਪ ਵਰਤਾਰਾ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਰਵ ਭੂਤ ਦਾ ਅਰਥ ਹੈ ਵੀ ਸਾਰੇ ਜੀਵ ਜਨਤਾ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਆਪ ਵਰਤ ਰਿਹਾ ਹੈ, ਅਥਵਾ ਸਰਵ ਭੂਤ ਆਪ ਵਰਤਾਰਾ ਸਰਬ ਰੂਪ ਹੋ ਕੇ, ਕਿਉਂਕਿ ਆ ਜਿੰਨੇ ਵੀ ਰੂਪ ਰੰਗ ਅਸੀਂ ਵੇਖ ਰਹੇ ਹਾਂ ਨਾ, ਇਹ ਵਾਹਿਗੁਰੂ ਨੇ ਸਾਰੇ ਧਾਰਨ ਕੀਤੇ ਹੋਏ ਨੇ। ਇਹ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਉਹ ਵਾਹਿਗੁਰੂ ਸਾਰੇ ਰੂਪ ਧਾਰਨ ਕਰਕੇ ਆਪ ਸਾਰੇ ਸੰਸਾਰ ਦੇ ਵਿੱਚ ਵਰਤ ਰਿਹਾ ਹੈ। ਸਰਵ ਨੈਣ ਆਪ ਪੇਖਨ ਹਾਰਾ। ਲੋ ਹਜ਼ੂਰ ਕਹਿੰਦੇ ਨੇ ਜਿੰਨੇ ਵੀ ਸਾਰਿਆਂ ਦੇ ਨੇਤਰ ਨੇ ਤੇ ਇਹਨਾਂ ਦੇ ਵਿੱਚ ਵੀ ਵਾਹਿਗੁਰੂ ਆਪ ਹੀ ਦ੍ਰਿਸ਼ਟਾ ਰੂਪ ਹੋ ਕੇ ਬੈਠਾ ਹੈ ਤੇ ਸਭ ਨੂੰ ਦੇਖਣ ਵਾਲਾ ਹੈ। ਸਗਲ ਸਮਗਰੀ ਜਾ ਕਾ ਤਨਾ। ਲੋ ਜਿਤਨੀ ਵੀ ਸਾਰੀ ਸਮਗਰੀ ਹੈ, ਭਾਵੇਂ ਸ੍ਰਿਸ਼ਟੀ ਹੈ, ਜੜ ਚੇਤਨ ਸਮਗਰੀ ਸਾਰੀ ਇਹਦੇ ਵਿੱਚ ਆ ਜਾਂਦੀ ਹੈ। ਜਿਤਨੀ ਵੀ ਜੜ ਚੇਤਨ ਸ੍ਰਿਸ਼ਟੀ ਹੈ ਜਾਂ ਕਾ ਤਨਾ, ਇਹ ਉਸ ਵਾਹਿਗੁਰੂ ਪਰਮੇਸ਼ਰ ਦਾ ਹੀ ਸਰੀਰ ਹੈ। ਇਹ ਵੀ ਇੱਕ ਵਾਹਿਗੁਰੂ ਦਾ ਹੀ ਸਰੀਰ ਹੈ। ਜਿੰਨੀ ਸਾਰੀ ਆਪਾਂ ਜੜ ਚੇਤਨ ਵਸਤੂ ਵੇਖ ਰਹੇ ਹਾਂ ਨਾ, ਜਿੰਨਾ ਪਦਾਰਥ ਹੈ ਜਾਂ ਮਾਇਆ ਹੈ ਜਾਂ ਰੰਗ ਰੂਪ ਨੇ, ਇਹ ਸਾਰੀ ਸਮਗਰੀ ਵਾਹਿਗੁਰੂ ਦਾ ਹੀ ਇੱਕ ਸਰੀਰ ਹੈ। ਆਪਨ ਜਸ ਆਪ ਹੀ ਸੁਨਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਆਪਣੇ ਜਸ ਨੂੰ ਆਪ ਹੀ ਸੁਣਨ ਵਾਲਾ ਹੈ, ਭਾਵ ਜਸ ਕਰਨ ਵਾਲਾ ਵੀ ਆਪ ਹੈ ਤੇ ਸੁਣਨ ਵਾਲਾ ਵੀ ਆਪ ਹੈ। ਪਾਵਨ ਜਾਨ ਇੱਕ ਖੇਲ ਬਣਾਇਆ। ਲੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇੱਕ ਆਉਣ ਜਾਣ ਦਾ ਖੇਲ ਬਣਾ ਦਿੱਤਾ, ਭਾਵ ਆ ਜਿਹੜੇ ਜੀਵ ਨੇ ਇੱਕ ਪਾਸੇ ਆਉਂਦੇ ਨੇ ਦੂਸਰੇ ਪਾਸੇ ਤੁਰੇ ਜਾ ਰਹੇ ਨੇ, ਇਹ ਜਿਹੜਾ ਆਉਣ ਜਾਣ ਦਾ ਖੇਲ ਵਾਹਿਗੁਰੂ ਨੇ ਆਪ ਹੀ ਬਣਾਇਆ ਹੈ। ਜਿਵੇਂ ਸਤਿਗੁਰੂ ਨੇ ਬੜੀ ਸੋਹਣੀ ਉਦਾਹਰਨ ਦਿੱਤੀ ਹੈ, ਜੈਸੇ ਹਰਹਟ ਕੀ ਮਾਲਾ ਟਿੰਡ ਲਖਤ ਹੈ, ਇੱਕ ਸਖਣੀ ਇੱਕ ਹੋਰ ਭਰੀਅਤ ਹੈ। ਜਿਵੇਂ ਹਲਟ ਦੀਆਂ ਟਿੰਡਾਂ ਹੁੰਦੀਆਂ ਸਨ, ਪੁਰਾਣੇ ਸਮੇਂ ਵਿੱਚ ਹਲਟ ਹੋਇਆ ਕਰਦੇ ਸਨ ਤੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੁੰਦਾ, ਤੇ ਇੱਕ ਪਾਸੇ ਉਹ ਟਿੰਡਾਂ ਭਰ ਭਰ ਕੇ ਆਉਂਦੀਆਂ ਸਨ, ਦੂਸਰੇ ਪਾਸੇ ਖਾਲੀ ਹੋ ਕੇ ਤੁਰੀਆਂ ਜਾਂਦੀਆਂ ਸਨ। ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਨੇ ਵੀ ਇਹ ਆਉਣ ਜਾਣ ਦਾ ਖੇਡ ਆਪ ਬਣਾਇਆ ਹੈ। ਆਗਿਆਕਾਰੀ ਕੀਨੀ ਮਾਇਆ। ਲੋ ਜਿਤਨੀ ਵੀ ਇਹ ਮਾਇਆ ਹੈ, ਪ੍ਰਕਿਰਤੀ ਹੈ, ਕੁਦਰਤ ਹੈ, ਇਹ ਵੀ ਵਾਹਿਗੁਰੂ ਪਰਮੇਸ਼ਰ ਨੇ ਆਗਿਆਕਾਰੀ ਬਣਾਈ ਹੋਈ ਹੈ। ਭਾਵ ਇਹ ਜਿਹੜੀ ਪ੍ਰਕਿਰਤੀ ਹੈ ਜਾਂ ਕੁਦਰਤ ਹੈ, ਇਹ ਵੀ ਵਾਹਿਗੁਰੂ ਦੀ ਆਗਿਆ ਤੋਂ ਬਾਹਰ ਨਹੀਂ ਜਾ ਸਕਦੀ। ਸਭ ਕੈ ਮਦ ਅਲਿਪਤੋ ਰਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੀ ਇਹੀ ਵਿਲੱਖਣਤਾ ਹੈ, ਉਹ ਸਾਰਿਆਂ ਦੇ ਵਿੱਚ ਵਸ ਰਿਹਾ ਹੈ ਤੇ ਸਾਰਿਆਂ ਤੋਂ ਨਿਰਲੇਪ ਰਹਿੰਦਾ ਹੈ। ਜੋ ਕਿਛ ਕਹਿਣਾ ਸੋ ਆਪੇ ਕਹੈ। ਲੋ ਜੋ ਕੁਝ ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਕਹਿਣਾ ਹੁੰਦਾ ਹੈ ਸੋ ਆਪੇ ਕਹੈ, ਉਹ ਆਪ ਹੀ ਕਹਿੰਦਾ ਹੈ। ਇਸ ਲਈ ਵਾਹਿਗੁਰੂ ਪਰਮੇਸ਼ਰ ਨੇ ਜੋ ਵੀ ਕੁਝ ਕਹਿਣਾ ਹੁੰਦਾ ਆਪ ਹੀ ਕਹਿੰਦਾ ਹੈ। ਇਹਦਾ ਮਤਲਬ ਇਹ ਹੈ ਵੀ ਸਾਰਿਆਂ ਵਿੱਚ ਵਾਹਿਗੁਰੂ ਪਰਮੇਸ਼ਰ ਵਸਦਾ ਹੈ। ਬੋਲਣ ਸ਼ਕਤੀ ਵੀ ਉਹਦੀ ਹੈ, ਉਹਦੇ ਆਸਰੇ ਅਸੀਂ ਬੋਲਦੇ ਹਾਂ। ਇਸੇ ਲਈ ਤਾਂ ਸਤਿਗੁਰੂ ਨੇ ਫਰਮਾਇਆ ਹੈ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ। ਹਜ਼ੂਰ ਕਹਿੰਦੇ ਨੇ ਜੋ ਕੁਝ ਕਹਿਣਾ ਵਾਹਿਗੁਰੂ ਆਪ ਹੀ ਕਹਿ ਰਿਹਾ ਹੈ। ਆਗਿਆ ਆਵੇ ਆਗਿਆ ਜਾਏ। ਲੋ ਹਰ ਜੀਵ ਉਹਦੀ ਆਗਿਆ ਦੇ ਵਿੱਚ ਹੀ ਆਉਂਦਾ ਹੈ ਤੇ ਉਹਦੀ ਆਗਿਆ ਦੇ ਵਿੱਚ ਹੀ ਚਲਿਆ ਜਾਂਦਾ ਹੈ। ਨਾਨਕ ਜਾ ਭਾਵੇ ਤਾਂ ਲੈ ਸਮਾਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਵਾਹਿਗੁਰੂ ਪਰਮੇਸ਼ਰ ਨੂੰ ਪਾਉਂਦਾ ਹੈ ਤਾਂ ਲੈ ਸਮਾਏ, ਫਿਰ ਉਹ ਇਸ ਜੀਵ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ, ਆਪਣੇ ਵਿੱਚ ਲੀਨ ਕਰ ਲੈਂਦਾ ਹੈ। ਇਸਤੇ ਹੋਏ ਸੋ ਨਾਹੀ ਬੁਰਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਜਿਹੜਾ ਇਸ ਸ਼ਬਦ ਦੁਆਰਾ ਉਸ ਅਕਾਲ ਪੁਰਖ ਨੂੰ ਆਤਮਾ ਰੂਪ ਕਰਕੇ ਸਤਿਗੁਰੂ ਮਹਾਰਾਜ ਬਿਆਨ ਕਰਦੇ ਨੇ, ਇਸਤੇ ਹੋਏ ਸੋ ਨਾਹੀ ਬੁਰਾ, ਵੀ ਜਿਹੜਾ ਇਹ ਪਰਮਾਤਮਾ ਆਤਮਾ ਦਾ ਰੂਪ ਹੋਇਆ ਹੈ, ਇਸ ਦੇ ਪਾਸੋਂ ਕਦੇ ਵੀ ਕਿਸੇ ਦਾ ਬੁਰਾ ਨਹੀਂ ਹੋ ਸਕਦਾ।
ਹੋਰੈ ਕਹੋ ਕਿਨੈ ਕਛ ਕਰਾ। ਕਿਉਂਕਿ ਜਿੱਥੇ ਪਰਮੇਸ਼ਰ ਹੈ ਤੇ ਉੱਥੇ ਕੋਈ ਬੁਰਾ ਨਹੀਂ ਹੋ ਸਕਦਾ। ਹਜ਼ੂਰ ਕਹਿੰਦੇ ਨੇ ਉਰੈ ਕਹੋ ਕਿਨੈ ਕਛ ਕਰਾ। ਉਰੈ ਦਾ ਅਰਥ ਉਸ ਤੋਂ ਉਰੇ, ਜਾਂ ਉਰੈ ਦਾ ਅਰਥ ਕਈ ਵਿਦਵਾਨਾਂ ਨੇ ਕੀਤਾ ਵੀ ਹੋਰ। ਉਰੈ ਕਹੋ ਹੋਰ ਕਿਸੇ ਨੇ ਦੱਸੋ ਉੱਥੇ ਕੁਛ ਕੀ ਕੀਤਾ ਹੈ। ਭਾਵ ਵਾਹਿਗੁਰੂ ਪਰਮੇਸ਼ਰ ਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ। ਉਹ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ। ਉਹ ਮਹਾਨ ਦਿਆਲੂ ਕਿਰਪਾਲੂ ਸੁਭਾਅ ਵਾਲਾ ਹੈ। ਤੇ ਉਸ ਤੋਂ ਉਰੇ ਦੱਸੋ ਭਾਈ ਕਿਸੇ ਨੇ ਕੁਛ ਕੀਤਾ? ਕੁਝ ਵੀ ਨਹੀਂ ਕੀਤਾ। ਇਹਦਾ ਮਤਲਬ ਇਹ ਹੈ ਵੀ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਵਾਹਿਗੁਰੂ ਦੇ ਭਾਣੇ ਵਿੱਚ ਪ੍ਰਸੰਨ ਰਹਿੰਦੇ ਨੇ। ਉਹ ਇਹ ਸਮਝਦੇ ਨੇ ਜੋ ਕਰਦਾ ਵਾਹਿਗੁਰੂ ਕਰਦਾ ਹੈ। ਉਹ ਸਾਡਾ ਪਰਮ ਮਿੱਤਰ ਹੈ, ਮਹਾਨ ਦਿਆਲੂ ਕਿਰਪਾਲੂ ਹੈ। ਉਹ ਕਦੇ ਸਾਡਾ ਬੁਰਾ ਨਹੀਂ ਸੋਚ ਸਕਦਾ। ਆਪ ਭਲਾ ਕਰਤੂਤ ਅਤ ਨੇਕੀ। ਉਹ ਵਾਹਿਗੁਰੂ ਆਪ ਵੀ ਭਲਾ ਹੈ ਤੇ ਜਿਹੜੀ ਉਹਦੀ ਕਰਤੂਤ ਹੈ, ਉਹਦੀ ਕਰਨੀ ਹੈ, ਉਹਦੀ ਕਾਰ ਵੀ ਬੜੀ ਅੱਛੀ ਹੈ। ਆਪੇ ਜਾਣੈ ਆਪਣੇ ਜੀ ਕੀ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੇ ਜਿਹੜੀ ਜੀ ਦੀ ਅਰਥ ਹੈ ਦਿਲ ਦੀ ਗੱਲ ਨੂੰ, ਉਹ ਆਪਣੇ ਮਨ ਦੀ ਗੱਲ ਨੂੰ ਆਪ ਹੀ ਜਾਣਦਾ ਹੈ। ਆਪ ਸਾਚ ਧਾਰੀ ਸਭ ਸਾਚ। ਉਹ ਵਾਹਿਗੁਰੂ ਆਪ ਸੱਚ ਸਰੂਪ ਹੈ ਤੇ ਜਿੰਨੇ ਵੀ ਇਹ ਸਾਰੀ ਸ੍ਰਿਸ਼ਟੀ ਧਾਰਨ ਕੀਤੀ ਹੈ ਇਹ ਵੀ ਸਾਰੀ ਸੱਚ ਰੂਪ ਹੈ। ਪੋਤ ਪੋਤ ਆਪਨ ਸੰਗ ਰਾਚ। ਲੋ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਸਾਜੇ ਹੋਏ ਸਾਰੇ ਜੀਵਾਂ ਦੇ ਨਾਲ ਤਾਣੇ ਪੇਟੇ ਵਾਂਗੂ ਮਿਲਿਆ ਹੋਇਆ ਹੈ। ਚਾਹੇ ਕੋਈ ਧਰਮੀ ਨੇ, ਚਾਹੇ ਅਧਰਮੀ ਨੇ, ਪੁੰਨੀ ਨੇ, ਚਾਹੇ ਪਾਪੀ ਨੇ, ਗੁਰਮੁਖ ਨੇ, ਚਾਹੇ ਮਨਮੁਖ ਨੇ, ਤਾਣੇ ਪੇਟੇ ਵਾਂਗੂ ਵਾਹਿਗੁਰੂ ਆਪਣਿਆਂ ਦੇ ਨਾਲ ਸਾਰਿਆਂ ਦੇ ਨਾਲ ਹੀ ਤਦਾਕਾਰ ਹੋਇਆ ਹੋਇਆ ਤਾਂ ਕਿ ਗਤ ਮਿਤ ਕਹੀ ਨਾ ਜਾਏ। ਲੋ ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਦੀ ਗਤ ਪ੍ਰਾਪਤੀ ਦੀ ਮਿਤ ਮਰਜ਼ਾਦਾ ਬਿਆਨ ਨਹੀਂ ਕੀਤੀ ਜਾ ਸਕਦੀ। ਕੋਈ ਇਹ ਨਹੀਂ ਦੱਸ ਸਕਦਾ ਵੀ ਰੱਬ ਇਸ ਢੰਗ ਦੇ ਨਾਲ, ਇਸ ਸਾਧਨ ਦੇ ਨਾਲ ਮਿਲ ਸਕਦਾ ਹੈ। ਦੂਸਰ ਹੋਏ ਤਾਂ ਸੋਝੀ ਪਾਏ। ਹਾਂ, ਜੋ ਕੋਈ ਦੂਸਰਾ ਉਹਦੇ ਮੁਕਾਬਲੇ ਤੇ ਹੋਵੇ ਤਾਂ ਹੀ ਉਹਦੀ ਸੋਝੀ ਪ੍ਰਾਪਤ ਕਰ ਸਕਦਾ ਹੈ। ਉਸ ਵਾਹਿਗੁਰੂ ਪਰਮੇਸ਼ਰ ਦੇ ਬਰਾਬਰ ਦੂਸਰਾ ਕੋਈ ਹੈ ਹੀ ਨਹੀਂ। ਫਿਰ ਉਹਦੀ ਗਤ ਮਿਤ ਨੂੰ ਹੋਰ ਦੂਸਰਾ ਕਿਵੇਂ ਕੋਈ ਜਾਣ ਸਕਦਾ ਹੈ। ਜਿਸ ਕਾ ਕੀਆ ਸਭ ਪਰਵਾਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਉਸ ਦਾ ਕੀਤਾ ਹੋਇਆ ਵੀ ਸਾਨੂੰ ਤੇ ਪ੍ਰਵਾਨ ਕਰਨਾ ਚਾਹੀਦਾ। ਜੋ ਵਾਹਿਗੁਰੂ ਕਰੇ ਉਹਨੂੰ ਸਤ ਬਚਨ ਕਹਿ ਕੇ ਮੰਨ ਲੈਣਾ ਚਾਹੀਦਾ ਹੈ। ਗੁਰ ਪ੍ਰਸਾਦ ਨਾਨਕ ਇਹੋ ਜਾਨ। ਪਰ ਹਜ਼ੂਰ ਕਹਿੰਦੇ ਨੇ ਭਾਈ ਗੁਰੂ ਦੀ ਕਿਰਪਾ ਦੇ ਨਾਲ ਇਸ ਗੱਲ ਨੂੰ ਜਾਣਿਆ ਜਾ ਸਕਦਾ ਹੈ। ਭਾਵ ਹਰ ਕੋਈ ਬੰਦਾ ਵਾਹਿਗੁਰੂ ਦੇ ਕੀਤੇ ਨੂੰ ਪ੍ਰਵਾਨ ਨਹੀਂ ਕਰ ਸਕਦਾ। ਮਨੁੱਖ ਦਾ ਸੁਭਾਅ ਬਣਿਆ ਹੋਇਆ ਹੈ, ਜੇ ਤੇ ਉਹਦੀ ਮਰਜ਼ੀ ਅਨੁਸਾਰ ਕੋਈ ਫੈਸਲਾ ਹੋ ਜਾਵੇ ਤੇ ਫਿਰ ਤਾਂ ਕਹਿੰਦਾ ਵੀ ਹਾਂ ਠੀਕ ਹੈ, ਖੁਸ਼ ਹੋ ਜਾਂਦਾ। ਤੇ ਜੇ ਕੋਈ ਉਹਦੀ ਮਰਜ਼ੀ ਦੇ ਖਿਲਾਫ ਕੋਈ ਗੱਲ ਹੋ ਜਾਵੇ ਤੇ ਉਸੇ ਵੇਲੇ ਫਿਰ ਬੰਦਾ ਘਬਰਾ ਜਾਂਦਾ। ਲੋ ਹਜ਼ੂਰ ਕਹਿੰਦੇ ਨੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਜੋ ਵੀ ਵਾਹਿਗੁਰੂ ਕਰਦਾ ਉਹਨੂੰ ਪ੍ਰਵਾਨ ਕਰਦੇ ਨੇ। ਚਾਹੇ ਸਾਡੇ ਵਾਸਤੇ ਉਹਨੂੰ ਗਲਤ ਵੀ ਦਿਸਦਾ ਹੋਵੇ ਤੇ ਉਹਨੂੰ ਵੀ ਉਹ ਪ੍ਰਵਾਨ ਕਰਨਗੇ। ਜਿੱਤ ਹਾਰ ਦੋਹਾਂ ਨੂੰ ਪ੍ਰਵਾਨ ਕਰਨਗੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰੂ ਦੀ ਕਿਰਪਾ ਦੇ ਨਾਲ ਇਸ ਸਿਧਾਂਤ ਨੂੰ ਜਾਣਿਆ ਜਾਂਦਾ ਹੈ। ਜੋ ਜਾਣੈ ਤਿਸ ਸਦਾ ਸੁਖ ਹੋਏ। ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲੈਂਦਾ ਹੈ ਵੀ ਜੋ ਕਰਦਾ ਵਾਹਿਗੁਰੂ ਹੀ ਕਰਦਾ ਹੈ, ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ। ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਇਸ ਗੱਲ ਨੂੰ ਜਾਣ ਲੈਂਦਾ ਹੈ ਤੇ ਸਦਾ ਸੁਖ ਹੋਏ, ਉਸ ਨੂੰ ਸदैवी ਸੁਖ, ਅਬਨਾਸ਼ੀ ਸੁਖ, ਸੱਚਾ ਸੁਖ ਪ੍ਰਾਪਤ ਹੋ ਜਾਂਦਾ ਹੈ। ਆਪ ਮਿਲਾਏ ਲਏ ਪ੍ਰਭ ਸੋਏ। ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਐਸੇ ਮਹਾਂਪੁਰਖ ਨੂੰ ਆਪ ਹੀ ਆਪਣੇ ਨਾਲ ਮਿਲਾ ਲੈਂਦਾ। ਜਿਹੜਾ ਉਸ ਨੂੰ ਜਾਣ ਲਵੇ ਤੇ ਫਿਰ ਉਹਨੂੰ ਵਾਹਿਗੁਰੂ ਆਪਣੇ ਨਾਲ ਮਿਲਾ ਲੈਂਦਾ ਹੈ। ਉਹ ਧਨਵੰਤ ਕੁਲਵੰਤ ਪਤਵੰਤ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਨੂੰ ਵਾਹਿਗੁਰੂ ਆਪਣੇ ਨਾਲ ਮਿਲਾ ਲਵੇ ਫਿਰ ਉਹੀ ਧਨਵਾਨ ਬਣ ਜਾਂਦਾ ਹੈ, ਨਾਮ ਧਨ ਦਾ ਮਾਲਕ ਹੋ ਜਾਂਦਾ ਹੈ। ਉਹੀ ਕੁਲਵੰਤ ਚੰਗੀ ਕੁਲ ਵਾਲਾ ਭਾਵ ਅਚਤ ਗੋਤਰੀ ਬਣ ਜਾਂਦਾ ਹੈ ਤੇ ਉਹੀ ਪਤਵੰਤ ਚੰਗੀ ਇੱਜ਼ਤ ਅਬਰੋ ਵਾਲਾ ਹੁੰਦਾ ਹੈ। ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਲੋ ਹਜ਼ੂਰ ਕਹਿੰਦੇ ਨੇ ਜਿਸ ਦੇ ਹਿਰਦੇ ਵਿੱਚ ਭਗਵੰਤ ਅਕਾਲ ਪੁਰਖ ਵਾਹਿਗੁਰੂ ਵਸ ਜਾਂਦਾ ਹੈ ਤੇ ਫਿਰ ਉਹੀ ਜੀਵਨ ਮੁਕਤ ਪੁਰਸ਼ ਹੋ ਜਾਂਦਾ ਹੈ। ਧੰਨ 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 ਜਨ ਆਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਐਸੇ ਮਹਾਂਪੁਰਖ ਦੇ ਬਾਰੇ ਕਹਿੰਦੇ ਨੇ ਵੀ ਉਹ ਮਹਾਂਪੁਰਖ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਧਨ ਹੈ। ਅਥਵਾ ਆਦਿ ਕਾਲ ਦੇ ਵਿੱਚ ਵੀ ਧਨ ਸੀ ਤੇ ਹੁਣ ਵਰਤਮਾਨ ਕਾਲ ਦੇ ਵਿੱਚ ਵੀ ਧਨ ਹੈ ਤੇ ਅੱਗੇ ਲਈ ਵੀ ਉਹ ਧਨਤਾ ਯੋਗ ਹੋਵੇਗਾ।
ਕਿਉਂਕਿ ਜਿਹੜਾ ਮਹਾਂਪੁਰਖ ਪਰਉਪਕਾਰ ਦੇ ਲਈ ਸੰਸਾਰ ਦੇ ਵਿੱਚ ਆਇਆ, ਗੁਰਮੁਖ ਪਰਉਪਕਾਰੀ ਵਿਰਲਾ ਆਇਆ, ਤੇ ਉਹਨੂੰ ਗੁਰੂ ਮਹਾਰਾਜ ਧੰਨ ਧੰਨ ਆਖਦੇ ਹਨ। ਜਿਸ ਪ੍ਰਸਾਦ ਸਭ ਜਗਤ ਤਰਾਇਆ। ਲੋ ਇਹ ਉਸ ਮਹਾਂਪੁਰਖ ਦੀ ਗੱਲ ਹੈ ਜਿਸ ਬ੍ਰਹਮ ਗਿਆਨੀ ਦੀ ਕਿਰਪਾ ਦੇ ਨਾਲ ਸਭ ਜਗਤ ਤਰਾਇਆ, ਵੀ ਸਾਰਾ ਸੰਸਾਰ ਵੀ ਤਰ ਜਾਂਦਾ ਹੈ। ਕਿਉਂਕਿ ਬ੍ਰਹਮ ਗਿਆਨੀ ਦੇ ਵਿੱਚ ਇਹ ਸ਼ਕਤੀ ਹੁੰਦੀ ਹੈ। ਗੁਰਮੁਖ ਕੋਟ ਉਧਾਰ ਦਾ ਦੇ ਨਾਵੈ ਏਕ ਕਣੀ। ਉਹ ਗੁਰਮੁਖ ਕਰੋੜਾਂ ਦਾ ਵੀ ਉਧਾਰ ਕਰ ਸਕਦਾ ਹੈ, ਪਰ ਜੇ ਉਹਦੇ ਮਨ ਦੇ ਵਿੱਚ ਫੁਰਨਾ ਹੋਵੇ, ਪਰ ਉਹ ਰੱਬ ਦੀ ਰਜ਼ਾ ਦੇ ਵਿੱਚ ਹੀ ਰਹਿ ਕੇ ਖੁਸ਼ ਰਹਿੰਦਾ ਹੈ। ਹਜ਼ੂਰ ਕਹਿੰਦੇ ਨੇ ਐਸੇ ਮਹਾਂਪੁਰਖ ਦਾ ਸੰਸਾਰ ਦੇ ਵਿੱਚ ਆਉਣਾ ਵੀ ਧੰਨਤਾ ਯੋਗ ਹੈ, ਜਿਸ ਦੀ ਕਿਰਪਾ ਦੇ ਨਾਲ ਸਾਰਾ ਸੰਸਾਰ ਤਰਦਾ ਹੈ। ਜਨ ਆਵਨ ਕਾ ਇਹ ਸੁਆਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਵਾਹਿਗੁਰੂ ਦਾ ਜਨ ਦਾਸ ਹੈ, ਉਹਦੇ ਆਉਣ ਦਾ ਇਹ ਸੁਆਓ। ਇਹੀ ਸੁਆਓ ਦਾ ਅਰਥ ਹੈ ਵੀ ਮਨੋਰਥ ਹੁੰਦਾ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਉਹਨਾਂ ਦਾ ਸੰਸਾਰ ਦੇ ਵਿੱਚ ਆਉਣ ਦਾ ਇਹੀ ਇੱਕ ਪ੍ਰਯੋਜਨ ਹੁੰਦਾ ਹੈ। ਜਨ ਕੈ ਸੰਗ ਚਿਤ ਆਵੈ ਨਾਉ। ਜਿਹੜੇ ਐਸੇ ਜਨ ਮਹਾਂਪੁਰਖ ਨੇ, ਉਹਨਾਂ ਦੇ ਆਉਣ ਦਾ ਮਨੋਰਥ ਇਹੀ ਹੁੰਦਾ ਹੈ ਵੀ ਭੁੱਲਿਆਂ ਭਟਕਿਆਂ ਨੂੰ ਵਾਹਿਗੁਰੂ ਦੇ ਲੜ ਲਾਉਣਾ। ਜਨ ਕੈ ਸੰਗ ਚਿਤ ਆਵੈ ਨਾਉ। ਐਸੇ ਮਹਾਂਪੁਰਖਾਂ ਦੀ ਸੰਗਤ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਚੇਤੇ ਆਉਂਦਾ ਹੈ। ਇਹਦਾ ਮਤਲਬ ਇਹ ਹੈ ਵੀ ਉਹ ਵਾਹਿਗੁਰੂ ਦਾ ਨਾਮ ਜਪਾਉਣ ਦੇ ਲਈ, ਪਰਉਪਕਾਰ ਕਰਨ ਦੇ ਲਈ ਸੰਸਾਰ ਦੇ ਵਿੱਚ ਆਉਂਦਾ ਹੈ। ਆਪ ਮੁਕਤ ਮੁਕਤ ਕਰੈ ਸੰਸਾਰ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਐਸਾ ਪੂਰਨ ਗੁਰਮੁਖ ਵਿਅਕਤੀ ਹੈ, ਉਹ ਆਪ ਵੀ ਮੁਕਤ ਹੋ ਜਾਂਦਾ ਹੈ ਤੇ ਮੁਕਤ ਕਰੈ ਸੰਸਾਰ, ਤੇ ਸੰਸਾਰ ਨੂੰ ਵੀ ਮੁਕਤ ਕਰਦਾ ਹੈ। ਆਪ ਵੀ ਉਹ ਬੰਧਨਾਂ ਤੋਂ ਆਜ਼ਾਦ ਹੁੰਦਾ ਹੈ ਤੇ ਸਾਰੇ ਸੰਸਾਰ ਨੂੰ ਵੀ ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤ ਕਰ ਦਿੰਦਾ ਹੈ। ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਜਨ ਗੁਰਮੁਖ ਪਿਆਰੇ ਨੂੰ ਸਾਡੀ ਤਾਂ ਹਮੇਸ਼ਾ ਲਈ ਨਮਸਕਾਰ ਹੈ। ਅਸੀਂ ਤਾਂ ਉਹਦੇ ਚਰਨਾਂ ਤੇ ਮੱਥਾ ਟੇਕਦੇ ਹਾਂ, ਜਿਹੜਾ ਪਰਉਪਕਾਰ ਦੇ ਲਈ ਸੰਸਾਰ ਦੇ ਵਿੱਚ ਆਉਂਦਾ ਹੈ। ਜਿਹੜੇ ਦੁਨੀਆ ਦੇ ਲੋਕ ਨੇ, ਉਹ ਤਾਂ ਕੋਈ ਨਾ ਕੋਈ ਵਾਸ਼ਨਾ ਦੇ ਬੱਧੇ ਆਉਂਦੇ ਨੇ, ਪਰ ਸਤਿਗੁਰੂ ਨੇ ਮਹਾਂਪੁਰਖਾਂ ਦੇ ਬਾਰੇ ਲਿਖਿਆ ਹੈ, ਜਨ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸੋਂ ਲੈਣ ਮਿਲਾਏ। ਐਸੇ ਮਹਾਂਪੁਰਖਾਂ ਦਾ ਆਉਣਾ ਵੀ ਧੰਨਤਾ ਯੋਗ ਹੁੰਦਾ ਹੈ, ਜਾਣਾ ਵੀ ਉਹਨਾਂ ਦਾ ਧੰਨਤਾ ਯੋਗ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਉਹ ਆਪ ਵੀ ਮੁਕਤ ਹੋ ਜਾਂਦਾ ਹੈ, ਸੰਸਾਰ ਨੂੰ ਵੀ ਮੁਕਤ ਕਰਦਾ ਹੈ। ਐਸੇ ਮਹਾਂਪੁਰਖ ਨੂੰ ਸਾਡੀ ਹਮੇਸ਼ਾ ਨਮਸਕਾਰ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ। ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ ਹੈ ਤੇ ਸੁਣ ਕੇ ਆਪਣੇ ਮਨ ਵਿੱਚ ਵਸਾਉਣਾ ਹੈ। ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।